ਉਹ CERB ਦਾ ਕੀ ਬਣੂ? ਕਿਉਂਕਿ CERB ਦਾ ਜਿੰਨਾ ਬਿੱਲ ਸਰਕਾਰ ਨੇ ਸੋਚਿਆ ਸੀ, ਹੂੰ, ਤੁਸੀਂ ਪਹਿਲਾਂ ਉਹ ਗੱਲ ਸਾਂਝੀ ਕਰ ਚੁੱਕੇ ਹੋ ਵੀ ਓਰੀਜਨਲੀ ਸੋਚਿਆ ਸੀ $35 ਬਿਲੀਅਨ ਲੱਗਣਗੇ। ਹੂੰ। ਵੈਸੇ ਤੇ 35 ਬਿਲੀਅਨ ਵੀ ਬਹੁਤ ਹੁੰਦਾ। 35 ਬਿਲੀਅਨ 35 ਬਿਲੀਅਨ ਐ ਨਾ, ਜਿਵੇਂ ਪਤਾ ਨਹੀਂ ਹੈ ਵੀ ਸਮੋਸੇ ਕੁਲਚੇ ਖਾਣ ਚੱਲੇ ਹੋਣ ਜਿਵੇਂ। ਸੋ $35 ਬਿਲੀਅਨ ਹਾਂਜੀ, ਇਟਸ ਅ ਸਾਈਜ਼ੇਬਲ ਅਮਾਊਂਟ। ਇਟ ਇਜ਼। ਤੇ ਉਹਨੂੰ ਫਿਰ ਰਿਵਾਈਜ਼ ਕਰਕੇ ਹੂੰ, 60 ਬਿਲੀਅਨ 60 ਬਿਲੀਅਨ ਕਰਨਾ ਪੈ ਗਿਆ ਸੀ ਵੀ ਇੱਥੇ ਖਰਚਾ ਜ਼ਿਆਦਾ ਹੋ ਰਿਹਾ। ਹੂੰ, ਜੇ ਸਰਕਾਰ ਦਾ ਹੁਣ ਇਸ ਵੇਲੇ ਔਨ ਐਵਰੇਜ ਹਰ ਹਫ਼ਤੇ ਹੂੰ, CERB ਤੇ $3.6 ਬਿਲੀਅਨ ਦਾ ਖਰਚਾ ਹੋ ਰਿਹਾ ਹੂੰ, ਤੇ $43 ਬਿਲੀਅਨ ਆਲਰੇਡੀ ਹੂੰ, ਪਿਛਲੇ 12 ਹਫ਼ਤਿਆਂ ਦੇ ਵਿੱਚ ਖਰਚੇ ਜਾ ਚੁੱਕੇ ਨੇ, ਜਿਹਦੇ ਤਹਿਤ 8.4 ਮਿਲੀਅਨ ਵਰਕਰਸ ਨੂੰ ਹੂੰ। ਬੈਨੀਫਿਟ ਪਹੁੰਚਾਇਆ ਗਿਆ। ਯੈਸ। ਵੀਰੇ ਜਦੋਂ CERB ਦਾ ਐਮਰਜੈਂਸੀ ਬਿੱਲ ਪਾਸ ਕਰਾਇਆ ਗਿਆ ਸੀ ਪਾਰਲੀਮੈਂਟ ਦੇ ਵਿੱਚ, ਹੂੰ ਉਦੋਂ ਸਾਰਾ ਦਾ ਸਾਰਾ ਫੋਕਸ ਇਸ ਗੱਲ ਤੇ ਸੀ ਕਿ ਲੋਕਾਂ ਤੱਕ ਮਦਦ ਪਹੁੰਚਾ ਦਿਓ। ਆਈ ਥਿੰਕ ਉਹਦਾ ਇੱਕ ਰੀਜ਼ਨ ਇਹ ਸੀ ਕਿ ਅਸੀਂ ਲੋਕਾਂ ਨੂੰ ਕਹਿ ਰਹੇ ਹਾਂ ਵੀ ਕੰਮ ਤੇ ਨਾ ਜਾਓ, ਘਰ ਹਾਂ, ਬਹਿ ਜਾਓ, ਹਾਂ, ਵੀ ਉਹਨਾਂ ਨੂੰ ਕੁਛ ਤੇ ਦਿੱਤਾ ਜਾਵੇ, ਉਹਨਾਂ ਨੂੰ ਲੱਗੇ ਵੀ ਸਰਕਾਰ ਨੇ ਇਹ ਨਹੀਂ ਕੀਤਾ ਵੀ ਸਾਨੂੰ ਬੈਠਣ ਨੂੰ ਕਹਿ ਦਿੱਤਾ ਯੈਸ, ਤੇ ਸਾਡੀ ਆਮਦਨ ਬੰਦ ਹੋ ਗਈ। ਐਗਜ਼ੈਕਟਲੀ। ਕਿਉਂਕਿ ਅਸੀਂ ਇੰਡੀਆ 'ਚ ਦੇਖਿਆ, ਹੂੰ ਲੋਕਾਂ ਨੂੰ ਕਹਿ ਤਾਂ ਦਿੱਤਾ ਗਿਆ ਕਿ ਘਰ ਬੈਠ ਜਾਓ, ਜੀ। ਔਰ ਕਿੰਨੀ ਦੇਰ ਬੈਠ ਜਾਣ, ਹੂੰ ਉਹ ਪੇਟ ਆਪਣਾ ਕਿਵੇਂ ਪਾਲਣਗੇ। ਤੇ ਹੂੰ ਫਿਰ ਉਹ ਰਿਸਟ੍ਰਿਕਸ਼ਨਸ ਖੋਲ੍ਹਣੀਆਂ ਪਈਆਂ ਤੇ ਉਸ ਤੋਂ ਬਾਅਦ ਜੋ ਹਾਲ ਹੈ ਅਸੀਂ ਜਾਣਦੇ ਹਾਂ। ਜੀ ਤੇ ਇੱਥੇ ਨਾ ਕੈਨੇਡਾ ਦੇ ਵਿੱਚ ਅਜਿਹਾ ਹੋਵੇ, ਇਸ ਕਰਕੇ ਇੱਦਾਂ ਦੇ ਬੈਨੀਫਿਟ ਪ੍ਰੋਗਰਾਮਸ ਅਨਾਊਂਸ ਕੀਤੇ ਗਏ। ਜੀ, ਉਸ ਵੇਲੇ ਵਿਜੇ ਬਹੁਤ ਜਲਦਬਾਜ਼ੀ ਦੇ ਵਿੱਚ ਇਸ ਲੈਜਿਸਲੇਸ਼ਨ ਨੂੰ ਘੜਿਆ ਗਿਆ ਸੀ, ਕਿਉਂਕਿ ਜੋ ਟਾਈਮ ਕਿ ਹੀ ਨਹੀਂ ਸੀ। ਟਾਈਮ ਹੀ ਨਹੀਂ ਸੀ। ਤੇ ਜਿਹਦਾ ਜਸਟਿਨ ਟਰੂਡੋ ਨੇ ਜ਼ਿਕਰ ਵੀ ਬਾਰ-ਬਾਰ ਕੀਤਾ। ਤੇ ਉਸ ਵੇਲੇ ਇਹਦੇ ਵਿੱਚ ਫਰਾਡ ਦੀ ਗੁੰਜਾਇਸ਼ ਬਾਰੇ, ਜੇ ਫਰਾਡ ਹੋਵੇ ਤੇ ਕਿਸ ਤਰ੍ਹਾਂ ਦੀ ਸਜ਼ਾ ਦਿੱਤੀ ਜਾਵੇ, ਉਹਦੇ ਬਾਰੇ ਕੋਈ ਗੱਲ ਨਹੀਂ ਕੀਤੀ ਗਈ। ਹੂੰ ਇਸ ਬਿੱਲ ਦੇ ਵਿੱਚ ਇਹ ਜਿਹੜਾ ਕਹਿ ਲਓ ਕਿ ਕਲੌਜ਼ ਹੀ ਸ਼ਾਮਿਲ ਨਹੀਂ ਕੀਤਾ ਗਿਆ। ਹੁਣ ਉਹਦੇ ਬਾਰੇ ਗੱਲ ਹੋ ਰਹੀ ਹੈ, ਕਿਉਂਕਿ ਸਾਰੇ ਬਾਰ-ਬਾਰ ਗੱਲ ਕਰ ਰਹੇ ਨੇ ਕਿ ਇਹਦਾ ਮਿਸਯੂਜ਼ ਬਹੁਤ ਹੋ ਰਿਹਾ ਸੀ ERB ਬੈਨੀਫਿਟ ਦਾ। ਬਹੁਤ ਸਾਰੇ ਲੋਕ ਨੇ ਜਿਹੜੇ ਜਿਨ੍ਹਾਂ ਨੂੰ ਕੰਮ ਮਿਲ ਰਿਹਾ ਹੈ, ਹੂੰ ਜਿਹੜੇ ਕੰਮ ਤੇ ਜਾ ਸਕਦੇ ਨੇ, ਹੂੰ ਤੇ ਬਹੁਤ ਸਾਰੇ ਅਜਿਹੇ ਵੀ ਨੇ, ਬੜੀ ਅਨਫੋਰਚੂਨੇਟ ਗੱਲ ਹੈ ਕਿ ਜਿਹੜੇ ਅੰਡਰ ਦਾ ਟੇਬਲ ਕੈਸ਼ ਕੰਮ ਕਰਕੇ CERB ਵੀ ਲੈ ਰਹੇ ਨੇ। CERB ਵੀ ਨਾਲ ਲੈ ਰਹੇ ਨੇ। ਹੂੰ ਸੋ ਫਰਾਡ ਤਾਂ ਹੋ ਰਿਹਾ। ਜੀ ਤੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਡਬਲ ਪੇਮੈਂਟ ਆ ਗਈ ਹੂੰ ਕਿ ਅਪ ਟੂ 8,000 ਆਣੇ ਸੀਗੇ ਜੀ। ਓਵਰ ਦਾ ਟਾਈਮ, ਪਰ ਕਈਆਂ ਨੂੰ ਆਲਰੇਡੀ 8-8 ਹਜ਼ਾਰ ਆ ਚੁੱਕੇ ਨੇ। ਤੇ ਜਦੋਂ ਕਿ ਅਜੇ ਇਹਦਾ 1 ਮਹੀਨਾ ਹੋਰ ਬਾਕੀ ਪਿਆ, ਬਾਕੀ ਵੀ ਪਿਆ। ਜਿਹੜਾ ਓਰੀਜਨਲੀ ਐਲਾਨ ਕੀਤਾ ਗਿਆ ਸੀ 4 ਮਹੀਨੇ ਦਾ ਸਮਾਂ। ਹੂੰ, ਹੁਣ ਸਰਕਾਰ ਵੱਲੋਂ ਬਿੱਲ C-17 ਹੂੰ, ਇੱਕ ਪ੍ਰਪੋਜ਼ ਕੀਤਾ ਜਾ ਰਿਹਾ, ਹਾਂਜੀ, ਜਿਹਦੀਆਂ ਕਾਪੀਆਂ ਦੇ ਦਿੱਤੀਆਂ ਗਈਆਂ ਨੇ ਆਪੋਜੀਸ਼ਨ ਪਾਰਟੀਜ਼ ਨੂੰ, ਹੂੰ। ਤੇ ਮੀਡੀਆ ਨੂੰ ਉਹ ਲੀਕ ਵੀ ਹੋ ਗਈਆਂ ਹੋ ਗਈਆਂ ਨੇ, ਕਰਾ ਕਰਾ ਦਿੱਤੀਆਂ ਦਿੱਤੀਆਂ ਗਈਆਂ ਨੇ। ਯੈਸ। ਹੈਂ? ਤੇ ਇਹਦੇ ਵਿੱਚ ਹੁਣ CERB ਦੀ ਐਲੀਜੀਬਿਲਿਟੀ ਸੰਬੰਧੀ ਸ਼ਰਤਾਂ ਨੂੰ ਸਖਤ ਕਰਨ ਦੀ ਗੱਲ ਹੈ, ਹੂੰ, ਤੇ ਨਾਲ ਦੀ ਨਾਲ ਜਿਹੜੇ ਲੋਕਾਂ ਨੇ ਫਰੋਡੂਲੈਂਟਲੀ CERB ਕਲੇਮ ਕੀਤੀ ਹੈ, ਪੈਸੇ ਲਏ ਨੇ, ਹੂੰ, ਉਹਨਾਂ ਵਾਸਤੇ ਬੜੀਆਂ ਕਰੜੀਆਂ ਸਜ਼ਾਵਾਂ ਦੀ ਗੱਲ ਕੀਤੀ ਗਈ ਹੈ। ਯੈਸ। ਵਿਜੇ ਇਹਦੇ ਵਿੱਚ ਪਹਿਲਾਂ ਤਾਂ ਦੱਸਿਆ ਗਿਆ ਕਿ ਓਫੈਂਸ ਕਿਸ ਤਰ੍ਹਾਂ ਦੇ ਨੇ, ਹੂੰ ਕਿ ਫਰਾਡ ਕਿਹਨੂੰ ਕਿਹਾ ਜਾਏਗਾ। ਹੂੰ ਕਿ ਕਹਿੰਦੇ ਜਾਂ ਤਾਂ ਕੋਈ ਝੂਠੀ ਸਟੇਟਮੈਂਟ ਦਿੱਤੀ ਹੋਵੇ, ਜੀ ਜਦੋਂ ਤੁਸੀਂ ਆਪਣੀ ਐਪਲੀਕੇਸ਼ਨ ਕਰ ਰਹੇ ਹੋ ਉਹਦੇ ਵਿੱਚ ਜੇ ਕੋਈ ਝੂਠਾ ਕਲੇਮ ਕੀਤਾ, ਹੂੰ ਤੇ ਜੇ ਤੁਸੀਂ ਆਪਣੀ ਪੂਰੀ ਦੀ ਪੂਰੀ ਇਨਕਮ ਸ਼ੇਅਰ ਨਹੀਂ ਕੀਤੀ, ਇਨਕਮ ਜਿਹੜੀ ਹੈ ਡਿਸਕਲੋਜ਼ ਨਹੀਂ ਕੀਤੀ, ਤੇ ਜਾਂ ਫਿਰ ਜਿਹੜੀ ਸੀ ਪਹਿਲਾਂ ਗੱਲ ਕੀਤੀ ਹੈ ਕਿ ਤੁਹਾਨੂੰ ਕੋਈ ਅਜਿਹੀ ਪੇਮੈਂਟ ਮਿਲੀ ਹੈ ਜਿਹਦੇ ਲਈ ਤੁਸੀਂ ਐਲੀਜੀਬਲ ਨਹੀਂ, ਤੇ ਤੁਸੀਂ ਕਿਉਂਕਿ ਚੁੱਪ ਬਹੁਤਿਆਂ ਕਰਕੇ ਨੂੰ ਲੈ ਕੇ ਦੋਹਰੀ ਰੱਖ ਪੇਮੈਂਟ ਲਓ। ਮਿਲੀ ਹੈ, ਹਾਂ ਤੇ ਹਾਂ ਤੁਸੀਂ ਚੁੱਪ ਕਰਕੇ ਲੈ ਲਈ ਤੇ ਉਹਦਾ ਕੋਈ ਬਾਅਦ ਵਿੱਚ ਵਾਪਸ ਕਰਨ ਦਾ ਜ਼ਿਕਰ ਹੀ ਨਹੀਂ ਕੀਤਾ। ਤੇ ਇੱਕ ਇਹਦੇ ਵਿੱਚ ਵਿਜੇ ਬੜੀ ਇੱਕ ਇੰਟਰਸਟਿੰਗ ਚੀਜ਼, ਜਿਹੜਾ ਇੱਕ ਬਹੁਤ ਵੱਡੀ ਤਬਦੀਲੀ ਹੈ ਮੈਂ ਕਹੂੰਗਾ, ਕਿ ਪਹਿਲਾਂ ਜਿਹੜੀ ਗੱਲ ਕੀਤੀ ਗਈ ਸੀ ਕਿ ਐਲੀਜੀਬਿਲਿਟੀ ਇਸ ਪ੍ਰੋਗਰਾਮ ਦੀ ਇਹ ਸੀ ਹੂੰ ਕਿ ਜੇਕਰ ਤੁਹਾਨੂੰ ਕੰਮ ਤੋਂ ਫਾਰਗ ਕਰ ਦਿੱਤਾ ਗਿਆ ਹੈ, ਕੰਮ ਤੋਂ ਜੇ ਤੁਸੀਂ ਲੇ ਆਫ ਹੋ ਗਏ ਹੋ ਜਾਂ ਤੁਹਾਡੇ ਆਵਰਸ ਘੱਟ ਗਏ ਨੇ ਬਿਕਾਜ਼ ਆਫ COVID-19, ਤਾਂ ਤੁਸੀਂ ਆਪਣੇ ਘਰ ਬੈਠੋਗੇ। ਜੀ ਤੇ ਜਾਂ ਫਿਰ ਜੇ ਤੁਹਾਨੂੰ ਇਦਾਂ ਲੱਗਦਾ ਕਿ ਕੰਮ ਤੇ ਜਾਣਾ ਸੇਫ ਨਹੀਂ ਹੈ, ਤਾਂ ਵੀ ਤੁਸੀਂ ਇਹਦੇ ਲਈ ਐਲੀਜੀਬਲ ਸੀਗੇ। ਹੁਣ ਇਹਦੇ ਵਿੱਚ ਇੱਕ ਨਵਾਂ ਕਲੌਜ਼ ਜੋੜਿਆ ਗਿਆ ਜੀ ਕਿ ਜੇਕਰ ਤੁਹਾਡਾ EMPLOYER ਤੁਹਾਨੂੰ ਕੰਮ ਆਫਰ ਕਰ ਰਿਹਾ ਤੇ ਤੁਸੀਂ ਉਹ ਕੰਮ ਕਰਨ ਤੋਂ ਰਿਫਿਊਜ਼ ਕਰਦੇ ਹੋ, ਰੀਜ਼ਨੇਬਲ ਜੌਬ ਆਫਰ ਨੂੰ ਠੁਕਰਾਉਣ ਵਾਲੇ ਹੁਣ ਇਨਐਲੀਜੀਬਲ ਹੋਣਗੇ। ਹਾਂ, ਹੁਣ ਉਹ ਐਲੀਜੀਬਲ ਨਹੀਂ ਹੋਣਗੇ। ਹੂੰ ਇਹ ਡਰਾਫਟ ਹੈ, ਹੂੰ ਅਜੇ ਇਹ ਲਾਗੂ ਨਹੀਂ ਹੋਇਆ, ਪਰ ਇਹਦੇ ਤੇ ਹੁਣ ਡਿਬੇਟ ਚੱਲਣੀ ਹੈ ਪਾਰਲੀਮੈਂਟ ਸੋ ਇਹ ਤੇ ਇੱਕ ਗੱਲ ਹੋਰ ਹੈ ਵੀ ਜਿਹੜੇ ਬੰਦੇ ਅਲਟੀਮੇਟਲੀ ਇਹਦਾ ਐਸੈਂਸ ਕੀ ਹੈ ਨਾ, ਵੀ ਜਿਹੜੇ ਬੰਦੇ ਕੰਮ ਕਰਨ ਦੇ ਯੋਗ ਨੇ, ਕੰਮ ਕਰ ਸਕਦੇ ਨੇ, ਕੰਮ ਲੱਭ ਸਕਦੇ ਨੇ, ਕੰਮ ਲੱਭੋ ਤੇ ਕੰਮ ਕਰੋ ਤੇ ਕੰਮ ਤੇ ਜਾਓ। ਯੈਸ। ਹੁਣ ਇੱਕ ਨਾਲ ਇਸ਼ੂ ਹੋਰ ਕੀ ਹੈ ਵਾਸੂ, ਕਿ ਕੈਨੇਡਾ ਦੇ ਵਿੱਚ ਤਕਰੀਬਨ 1/3 ਜਿਹੜੀ ਵਰਕਫੋਰਸ ਆ ਉਹ $15 ਤੋਂ ਘੱਟ ਤੇ ਕੰਮ ਕਰਦੀ ਹੈ, ਮਿਨੀਮਮ ਵੇਜ ਤੇ ਕੰਮ ਕਰਦੀ ਹੈ। ਬਹੁਤੇ ਜੁਰਿਸਡਿਕਸ਼ਨਸ ਦੇ ਵਿੱਚ ਮਿਨੀਮਮ ਵੇਜ 15 ਤੋਂ ਐਵਰੇਜ 15 ਕੀ $15 ਪਰ ਆਵਰ ਤੇ ਕੰਮ ਕਰਨ ਵਾਲੇ ਵਿਅਕਤੀ ਨੂੰ ਫੁੱਲ ਟਾਈਮ ਕੰਮ ਕਰਕੇ ਵੀ ਹਫ਼ਤੇ ਦੇ $500 ਨਹੀਂ ਬਣਦੇ। CERB ਤੇ ਜ਼ਿਆਦਾ ਪੈਸੇ ਬਣ ਰਹੇ ਨੇ। ਹੁਣ ਬਹੁਤ ਸਾਰੇ ਬਿਜ਼ਨਸਿਸ ਸਪੈਸ਼ਲੀ ਜਿਹੜੇ ਫਾਰਮਰਸ ਨੇ, ਉਹਨਾਂ ਦਾ ਇਹ ਕਹਿਣਾ ਕਿ ਸਾਨੂੰ ਬੰਦੇ ਹਾਇਰ ਕਰਨੇ ਮੁਸ਼ਕਿਲ ਹੋ ਗਏ ਨੇ। ਬੰਦੇ ਹੈਗੇ ਤੇ ਨੇ, ਪਰ ਉਹ ਕਹਿੰਦੇ ਸਾਨੂੰ ਸਰਕਾਰ ਵੱਲੋਂ ਜ਼ਿਆਦਾ ਪੈਸੇ ਮਿਲ ਰਹੇ ਨੇ, ਅਸੀਂ ਇੱਥੇ ਮਿੱਟੀ ਨਾਲ ਮਿੱਟੀ ਹੋ ਕੇ ਕਿਉਂ ਕੰਮ ਕਰਨਾ। ਸੋ ਹੁਣ ਉਹਦੇ ਕਰਕੇ ਜਿਹੜੀ ਆਹ ਗੱਲ ਹੈ ਨਾ, ਕਿ ਜੇ ਤੁਸੀਂ ਰੀਜ਼ਨੇਬਲ ਜੌਬ ਆਫਰ ਨੂੰ ਠੁਕਰਾਉਂਦੇ ਹੋ ਤਾਂ ਵੀ ਤੁਸੀਂ ਐਲੀਜੀਬਲ ਨਹੀਂ ਹੋ ਸਕੋਗੇ।
ਪਰ ਇਹ ਪ੍ਰੂਵ ਕਰਨਾ ਬੜਾ ਔਖਾ ਹੋਏਗਾ। ਬੜਾ ਔਖਾ ਹੋਏਗਾ, ਤੇ ਉਹ ਕਿਵੇਂ ਹੋਏਗਾ, ਉਹ ਜਦੋਂ ਡਿਟੇਲ ਆਏਗੀ ਇਹਦੀ ਉਦੋਂ ਪਤਾ ਲੱਗੇਗਾ। ਹੂੰ। ਹੁਣ ਗੱਲ ਇਹ ਹੈ ਕਿ ਜੇਕਰ ਇਦਾਂ ਦਾ ਫਰਾਡ ਹੁੰਦਾ ਹੈ ਤਾਂ ਸਜ਼ਾ ਕੀ ਹੋਏਗੀ? ਹਾਂ, ਇਹਦੇ 'ਚ ਹੈ ਕਿ $5,000 ਜੁਰਮਾਨਾ, ਤੇ ਜਿੰਨੇ ਪੈਸੇ ਤੁਸੀਂ CERB ਚੋਂ ਅਲੈਜਡਲੀ ਫਰਾਡੂਲੈਂਟਲੀ ਲੈ ਲਏ, ਧੋਖਾਧੜੀ ਕਰਕੇ, ਉਹਦਾ ਦੁੱਗਣਾ ਅਮਾਊਂਟ। ਯੈਸ। ਸੋ ਜੇ ਕਿਸੇ ਨੇ $8,000 CERB ਦਾ ਕਲੇਮ ਕੀਤਾ, 8 ਦੂਣਾ 16,000 ਉਹ ਜਮਾ 5,000 ਹੋਰ, ਯੈਸ, $21,000 ਦਾ ਮੈਕਸਿਮਮ ਜੁਰਮਾਨਾ ਹੋ ਸਕਦਾ। ਯੈਸ, ਤੇ ਨਾਲ ਵੱਖਰੇ ਵੱਖਰੇ ਕੈਟਾਗਰੀਜ਼ ਨੇ ਇਹਦੇ ਵਿੱਚ। ਸੋ ਇੱਕ ਤਾਂ ਹੈਗਾ ਇਹ ਜੁਰਮਾਨਾ ਜਿਹੜਾ ਤੁਸੀਂ ਦੱਸਿਆ ਕਿ $5,000 ਦਾ ਫਾਈਨ ਪਲੱਸ ਟਵਾਈਸ ਦਾ ਬੈਨੀਫਿਟ ਰਿਸੀਵਡ ਫਰਾਡੂਲੈਂਟਲੀ, ਜਾਂ ਫਿਰ ਇਹ ਸਾਰਾ ਫਾਈਨ ਨਾਲ 6 ਮਹੀਨੇ ਦੀ ਕੈਦ, ਜੇਲ੍ਹ ਟਾਈਮ। ਜਦੋਂ ਆਹ ਜੇਲ੍ਹ ਟਾਈਮ ਦਾ ਜੇ ਇਸਤੇਮਾਲ ਕੀਤਾ ਗਿਆ ਨਾ ਇਸ ਡਰਾਫਟ ਦੇ ਵਿੱਚ, ਜਦੋਂ ਆਹ ਫਰੇਜ਼ ਵਰਤਿਆ ਗਿਆ, ਇਹਨੂੰ ਲੈ ਕੇ ਬਹੁਤ ਜ਼ਿਆਦਾ ਪੋਲੀਟੀਕਲ ਡਿਬੇਟ ਛਿੜ ਗਈ ਹੈ ਹੁਣ, ਕਿਉਂਕਿ ਉਹਦੀਆਂ ਤਾਰਾਂ ਸਿੱਧੀਆਂ ਜੁੜਦੀਆਂ ਨੇ ਕਿ ਜੇ ਤੁਸੀਂ ਲੋਕਾਂ ਨੂੰ ਅਰੈਸਟ ਕਿਹਨੇ ਕਰਨਾ ਜਾ ਕੇ? ਪੁਲਿਸ ਨੇ। ਪੁਲਿਸ ਨੂੰ ਲੈ ਕੇ ਪਹਿਲਾਂ ਹੀ ਬੜਾ ਵਿਵਾਦ ਚੱਲਿਆ ਹੋਇਆ। ਪੁਲਿਸ ਜਿਸ ਹਿਸਾਬ ਨਾਲ ਲੋਕਾਂ ਨੂੰ ਜੋ ਪਿਛਲੇ ਕੁਝ ਕੇਸਿਸ ਸਾਹਮਣੇ ਆਏ ਨੇ, ਜਿਹੜਾ ਮਿਸਯੂਜ਼ ਆਫ ਫੋਰਸ ਹੈ, ਤਾਕਤ ਦੀ ਦੁਰਵਰਤੋਂ ਹੈ, ਉਹਦੀ ਗੱਲ ਚੱਲ ਰਹੀ ਹੈ ਨਾਲ ਦੀ ਨਾਲ। ਅਤੇ ਬਹੁਤ ਸਾਰੇ ਲੋਕ ਜਿਹੜੇ ਮਿਨੀਮਮ ਵੇਜ 'ਤੇ ਕੰਮ ਕਰਦੇ ਨੇ, ਉਹ ਜਿਹੜੇ ਕਿ ਹੋ ਸਕਦਾ ਜਿਨ੍ਹਾਂ ਦੇ ਉੱਪਰ ਇਹ ਅੰਕੁਸ਼ ਲੱਗਦਾ ਕਿ ਵੀ ਉਹਨਾਂ ਨੇ ਸ਼ਾਇਦ ਉਹਨਾਂ ਦੇ ਵਿੱਚੋਂ ਕਿਸੇ ਨੇ ਫਰਾਡੂਲੈਂਟਲੀ ਕਲੇਮਸ ਕੀਤੇ ਹੋਣ। ਹੁਣ ਇਹ ਬਹੁਤ ਗ੍ਰੇ ਏਰੀਆ, ਸਪਸ਼ਟ ਲਫ਼ਜ਼ਾਂ ਦੇ ਵਿੱਚ ਕਿਸੇ ਨੇ ਨਹੀਂ ਕਹਿਣਾ, ਕਿਉਂਕਿ ਜਿਹਨੇ ਸਪਸ਼ਟ ਲਫ਼ਜ਼ਾਂ 'ਚ ਗੱਲ ਕਰਨੀ ਸ਼ੁਰੂ ਕਰਤੀ, ਉਹਨੇ ਕਹਿਣਾ ਲੈ ਤੁਸੀਂ ਤੇ ਆਪਣੇ ਆਪ ਹੀ ਤੁਸੀਂ ਡਿਸਕ੍ਰਿਮੀਨੇਸ਼ਨ ਵਾਲੀ ਗੱਲ ਕਰ ਰਹੇ ਹੋ। ਪਰ ਆਈ ਥਿੰਕ ਜਗਮੀਤ ਸਿੰਘ ਨੇ ਅੱਜ ਸਵੇਰੇ ਗੱਲ ਕੀਤੀ, ਕਹਿੰਦੇ ਵੀ ਇਹਦੇ ਨਾਲ ਰੇਸਿਜ਼ਮ ਵਧੇਗਾ। ਉਹਨਾਂ ਨੂੰ ਪੁੱਛਿਆ ਗਿਆ ਵੀ ਰੇਸਿਜ਼ਮ ਕਿਵੇਂ ਵੱਧ ਜਾਏਗਾ, ਉਹਨਾਂ ਨੇ ਵੀ ਸਾਈਡ ਸਟੈਪ ਕੀਤਾ ਕੁਐਸਚਨ ਨੂੰ। ਪਰ ਆਈ ਥਿੰਕ ਉਹਨਾਂ ਦੇ ਕਹਿਣ ਦਾ ਮਕਸਦ ਇਹ ਆ ਕਿ ਜਿਹੜੇ ਲੋਕਾਂ ਨੂੰ ਜ਼ਿਆਦਾ ਇਹਦੇ ਕਰਕੇ ਪ੍ਰੋਬਲਮ ਪਏਗੀ, ਉਹ ਸ਼ਾਇਦ ਰੰਗਦਾਰ ਵਿਅਕਤੀ ਹੋਣ, ਉਹ ਸ਼ਾਇਦ ਉਹ ਵਿਅਕਤੀ ਹੋਣ ਜਿਹੜੇ ਮਿਨੀਮਮ ਵੇਜ ਜੌਬਸ ਵਿੱਚ ਕੰਮ ਕਰਦੇ ਨੇ, ਅਤੇ ਮਿਨੀਮਮ ਵੇਜ ਜੌਬਸ ਵਿੱਚ ਕੌਣ ਕੰਮ ਕਰਦਾ। ਸੋ ਇਹ ਉਹਨਾਂ ਨੇ ਇੱਕ ਤਰ੍ਹਾਂ ਦਾ ਇੱਕ ਪੁਆਇੰਟ ਇਸ਼ਾਰਾ ਕਰਕੇ ਛੱਡ ਦਿੱਤਾ, ਸਟਲ ਜਿਹਾ। ਨਾਲ ਹੀ ਵਿਜੇ ਇਹ ਵੀ ਗੱਲ ਹੋ ਰਹੀ ਹੈ, ਕਹਿੰਦੇ ਇਹ ਵੀ ਮੇਰੇ ਖਿਆਲ ਜਗਮੀਤ ਸਿੰਘ ਨੇ ਕੱਲ੍ਹ ਗੱਲ ਕੀਤੀ ਸੀ ਇਸੇ ਡਰਾਫਟ ਬਿੱਲ ਦੇ ਰਿਸਪੌਂਸ ਦੇ ਵਿੱਚ। ਉਹਨਾਂ ਨੇ ਕਿਹਾ, ਕਹਿੰਦੇ ਕਿ ਬਜਾਏ ਇਹਦੇ ਕਿ ਸਰਕਾਰ ਲੋਕਾਂ ਦੇ ਲਈ ਇੱਕ ਸੇਫ ਵਰਕ ਐਨਵਾਇਰਨਮੈਂਟ ਕ੍ਰੀਏਟ ਕਰੇ ਤਾਂ ਕਿ ਲੋਕ ਪ੍ਰੇਰਿਤ ਹੋਣ ਕੇ ਕੰਮ 'ਤੇ ਵਾਪਸ ਜਾਣ, ਕਹਿੰਦੇ ਬਜਾਏ ਇਹਦੇ ਸਰਕਾਰ ਕਹਿੰਦੇ ਹੁਣ ਲੋਕਾਂ ਨੂੰ ਡਰ ਪਾ ਰਹੀ ਹੈ ਜੇਲ੍ਹ ਟਾਈਮ ਦਾ, ਉਹਨਾਂ ਨੂੰ ਡਰਾ ਰਹੀ ਹੈ। ਉਹ ਵੀ ਕਹਿੰਦੇ ਰੈਟਰੋਐਕਟਿਵਲੀ ਵੀ, ਜਿਨ੍ਹਾਂ ਨੇ ਜਦੋਂ ਪਹਿਲਾਂ ਗੱਲ ਸੀ ਉਦੋਂ ਤਾਂ ਇਹ ਸੀ ਕਿ ਜੇ ਤੁਸੀਂ ਗਲਤੀ ਨਾਲ ਪੈਸੇ ਲੈ ਲਏ, ਅਸੀਂ ਭਰੋਸੇ ਦੇ ਆਧਾਰ 'ਤੇ ਦੇ ਰਹੇ ਹਾਂ, ਤੁਹਾਨੂੰ ਪੈਸੇ ਵਾਪਸ ਕਰਨੇ ਪੈਣਗੇ। ਹੁਣ ਉਹਦੇ ਵਿੱਚ ਆਹ ਨਵੀਂ ਕੜੀ ਜੁੜਦੀ ਪਈ ਆ ਕਿ ਜੀ ਸਿਰਫ ਪੈਸੇ ਨਹੀਂ ਮੋੜਨੇ ਪੈਣੇ, ਜੁਰਮਾਨਾ ਲੈਦਾ ਹੋਊ, ਸਜ਼ਾ ਲੈਦੀ ਹੋਊ। ਇਹ ਵਿਜੇ ਜੇ ਕੋਰਟ ਆਫ ਲਾਅ ਦੇ ਵਿੱਚ ਸਟੈਂਡ ਵੀ ਕਰੇਗਾ ਕਿ ਨਹੀਂ, ਹਾਂ ਪਤਾ ਨਹੀਂ, ਕਿਉਂਕਿ ਉਦੋਂ ਕੋਰਟ ਲਾਅ ਦੇ ਵਿੱਚ ਹਮੇਸ਼ਾ ਇਹ ਗੱਲ ਹੁੰਦੀ ਹੈ ਕਿ ਜੇਕਰ ਤੁਸੀਂ ਪਹਿਲਾਂ ਐਸਟੈਬਲਿਸ਼ ਨਹੀਂ ਕੀਤਾ ਹੋਇਆ ਕਿ ਇਸ ਦੀ ਸਜ਼ਾ ਕੀ ਹੋਏਗੀ, ਉਹਨੂੰ ਤੁਸੀਂ ਬਾਅਦ 'ਚ ਰੈਟਰੋਐਕਟਿਵਲੀ ਲਾ ਨਹੀਂ ਸਕਦੇ। ਹੁਣ ਜਿਹੜਾ CERB ਵਾਸਤੇ ਜਿਹੜੇ ਵਿਅਕਤੀ ਇਨਐਲੀਜੀਬਲ ਨੇ, ਜੇ ਉਹ ਕਲੇਮ ਕਰਦੇ ਨੇ ਤਾਂ ਉਹ ਕ੍ਰਿਮੀਨਲ ਅਫੈਂਸ ਹੋਏਗਾ। ਜੇ ਕੋਈ ਨੋਇੰਗਲੀ ਪੈਸੇ ਕਲੇਮ ਕਰਦਾ ਜਦੋਂ ਉਹਨਾਂ ਨੂੰ ਪਤਾ ਕਿ ਉਹ ਐਲੀਜੀਬਲ ਨਹੀਂ ਹੋ ਸਕਦੇ। ਅੱਛਾ, ਦੂਜੀ ਗੱਲ ਨਾਲ ਦੀ ਨਾਲ ਇੱਕ ਹੋਰ ਇਹ ਚੱਲੀ ਆ, ਅੱਜ ਜਗਮੀਤ ਸਿੰਘ ਨੇ ਇਹੀ ਕਿਹਾ, ਉਹਨਾਂ ਨੂੰ ਪੁੱਛਿਆ ਗਿਆ ਵੀ ਤੁਹਾਡੇ ਮੁਤਾਬਕ CERB ਕਿੰਨਾ ਚਿਰ ਚੱਲਣੀ ਚਾਹੀਦੀ ਹੈ, ਕਿਉਂਕਿ ਜੁਲਾਈ ਦੇ ਪਹਿਲੇ ਹਫ਼ਤੇ ਤੱਕ ਪਹਿਲਾਂ ਇਸ ਨੂੰ ਐਲਾਨ ਕੀਤਾ ਗਿਆ ਸੀ। ਉਹ ਕਹਿੰਦੇ ਵੀ ਵੈਸੇ ਤਾਂ ਲੰਬਾ ਸਮਾਂ ਚੱਲੇ, ਪਰ ਘੱਟੋ ਘੱਟ 4 ਮਹੀਨੇ ਹੋਰ ਵਧਾ ਦਿਓ। ਹੁਣ ਇਹਦੇ ਉੱਪਰ ਇਹਦੀ ਡਿਬੇਟ ਚੱਲਣੀ ਆ ਵੀ ਕੀ CERB ਐਕਸਟੈਂਡ ਹੋਣੀ ਚਾਹੀਦੀ ਆ। NDP ਕਹਿ ਰਹੀ ਹੈ ਇਹਨੂੰ ਵਧਾ ਦਿਓ, ਕੰਜ਼ਰਵੇਟਿਵ ਕਹਿ ਰਹੇ ਇਹਨੂੰ ਰੋਲ ਬੈਕ ਕਰੋ, ਖਤਮ ਕਰੋ। ਵਿਜੇ ਐਕਚੁਅਲੀ ਸਰਕਾਰ ਦਾ ਇਨੀਸ਼ੀਅਲ ਜਿਹੜਾ ਕਹਿ ਲਓ ਇੰਟੈਂਸ਼ਨ ਸੀ ਨਾ, ਉਹ ਬਹੁਤ ਚੰਗੀ ਸੀ ਕਿ ਐਕਸਪੈਕਟ ਇਹ ਕੀਤਾ ਗਿਆ ਸੀ ਕਿ CERB ਵਿਲ ਇਵੈਂਚੁਅਲੀ ਮਰਜ ਇਨਟੂ CEWS ਵੇਜ ਸਬਸਿਡੀ ਪ੍ਰੋਗਰਾਮ, ਕਿ CERB ਹੌਲੀ ਹੌਲੀ ਫੇਡ ਆਊਟ ਕਰ ਦਾਂਗੇ, ਫੇਜ਼ ਆਊਟ ਕਰ ਦਾਂਗੇ ਇਹਨੂੰ, ਅਤੇ ਜਿਹੜਾ ਵੇਜ ਸਬਸਿਡੀ ਪ੍ਰੋਗਰਾਮ ਹੈ ਉਹ ਹੋਰ ਤੂਲ ਫਟ ਜਾਏਗਾ। ਅਤੇ ਉਹਦੇ ਲਈ ਤੁਸੀਂ ਦੇਖੋ ਹੋਇਆ ਪੁੱਠਾ। ਵੇਜ ਸਬਸਿਡੀ ਪ੍ਰੋਗਰਾਮ ਦੇ ਲਈ $73 ਬਿਲੀਅਨ ਅਲਾਟ ਕੀਤੇ ਗਏ ਸੀ, ਅਤੇ ਉਹ 45 ਬਿਲੀਅਨ ਘਟਾ ਕੇ ਕਰਨਾ ਪਿਆ ਕਿਉਂਕਿ ਉਹ ਯੂਜ਼ ਹੀ ਨਹੀਂ ਹੋਇਆ। ਹੁਣ ਬਸ ਉਹ ਗੱਲ ਉਹੀ ਹੈ ਕਿ ਇੱਕ ਹੁੰਦਾ ਤੁਹਾਡਾ ਇਰਾਦਾ ਕੀ ਸੀ, ਇੱਕ ਹੁੰਦਾ ਵੀ ਉਹਦਾ ਨਤੀਜਾ ਕੀ ਨਿਕਲਿਆ। ਜਦੋਂ ਇਤਿਹਾਸ ਕਿਸੇ ਵੀ ਚੀਜ਼ ਨੂੰ ਪਰਖਦਾ ਹੈ ਨਾ, ਜਾਂ ਜਦੋਂ ਵੀ ਕਿਸੇ ਚੀਜ਼ ਦਾ ਐਨਾਲਿਸਿਸ ਕੀਤਾ ਜਾਂਦਾ, ਫਿਰ ਉਹ ਇਰਾਦਿਆਂ ਦੇ ਆਧਾਰ 'ਤੇ ਨਹੀਂ, ਉਹ ਨਤੀਜਿਆਂ ਦੇ ਆਧਾਰ 'ਤੇ ਕੀਤਾ ਜਾਂਦਾ। ਬਿਲਕੁਲ ਸਹੀ ਗੱਲ ਆ। ਯੂ ਕੁਡ ਹੈਵ ਦ ਬੈਸਟ ਆਫ ਇੰਟੈਂਸ਼ਨਸ ਬਟ ਇਟਸ ਦ ਰਿਜ਼ਲਟਸ ਦੈਟ ਕਾਊਂਟ।